ਚੰਡੀਗੜ੍ਹ ਦਾ ਸੈਕਟਰ 40 ਜਿੱਥੇ ਪੋਸ਼ ਇਲਾਕੇ ਦੇ ਵਿੱਚ ਇੱਕ ਅਜਿਹਾ ਘਰ ਸੀ ਜਿਸ ਨੂੰ ਭੂਤਹਾ ਘਰ ਕਿਹਾ ਜਾਂਦਾ ਸੀ ਕਿਉਂਕਿ ਉਹ ਘਰ ਖੰਡਰ ਬਣ ਗਿਆ ਸੀ। ਦੱਸਿਆ ਜਾ ਰਿਹਾ ਸੀ ਕਿ ਉਸ ਘਰ ਦੇ ਆਲੇ ਦੁਆਲੇ ਆ ਜਿਹੜਾ ਪੌਦਿਆਂ ਨੇ ਆਪਣੀ ਥਾਂ ਬਣਾ ਲਈ ਸੀ ਤੇ ਕਦੀ ਉਸ ਦਾ ਗੇਟ ਨਹੀਂ ਸੀ ਖੁੱਲਿਆ। ਫਿਰ ਪ੍ਰਸ਼ਾਸਨ ਵਿੱਚ ਪਿਆ ਤੇ ਅੰਦਰੋਂ ਰੈਸਕਿਊ ਕੀਤੀ ਗਈ ਇੱਕ ਬੁੱਢੀ ਮਾਂ ਜਿਹਦੇ ਨਾਲ ਉਸ ਦੀ ਬੇਟੀ ਰਹਿ ਰਹੀ ਸੀ। ਉਦੋਂ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਹੈ ਉਸ ਬੁੱਢੀ ਮਾਂ ਨੂੰ ਲਿਜਾ ਕੇ ਸੈਕਟਰ 16 ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਉਹਨਾਂ ਦੇ ਨਾਲ ਜਿਹੜੀ ਬੇਟੀ ਰਹਿ ਰਹੀ ਸੀ ਅੱਜ ਉਹ ਸਾਡੇ ਨਾਲ ਮੌਜੂਦ ਹੈ। ਉਹਨਾਂ ਤੋਂ ਜਾਣਾਂਗੇ ਕਿ ਉਹਨਾਂ ਦਾ ਪੱਖ ਕੀ ਹੈ ਕਿਉਂਕਿ ਇੱਕ ਪਾਸਾ ਤੇ ਅਸੀਂ ਸਭ ਨੇ ਦੇਖਿਆ ਕਿ ਉਦੋਂ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਮੌਜੂਦ ਸੀ, ਕਿਸ ਤਰੀਕੇ ਦੇ ਨਾਲ ਉਸ ਓਲਡ ਲੇਡੀ ਨੂੰ ਉੱਥੋਂ ਰੈਸਕਿਊ ਕੀਤਾ ਗਿਆ। ਪਰ ਇਹਨਾਂ ਦੀ ਜਿਹੜੀ ਬੇਟੀ ਹੈ ਉਹ ਅਲੱਗ ਹੀ ਇੱਕ ਕਹਾਣੀ ਬਿਆਨ ਕਰ ਰਹੇ ਨੇ। ਜਾਣਦੇ ਹਾਂ ਮੈਡਮ, ਸਾਡੇ ਸਾਹਮਣੇ ਦੀ ਗੱਲ ਸੀ, ਅਸੀਂ ਉਹ ਘਰ ਵੀ ਦੇਖਿਆ, ਬਿਲਕੁਲ ਪੌਦਿਆਂ ਨਾਲ ਘਿਰਿਆ ਹੋਇਆ, ਖੰਡਰ ਬਣਿਆ ਹੋਇਆ ਤੇ ਅੰਦਰੋਂ ਢੇਰ ਸਾਰੇ ਕੁੱਤੇ ਨਿਕਲੇ ਤੇ ਉੱਥੋਂ ਬਜ਼ੁਰਗ ਮਾਂ ਸੀ ਜਿਹੜੀ ਉਹ ਪ੍ਰਸ਼ਾਸਨ ਨੇ ਰੈਸਕਿਊ ਕੀਤੀ। ਤੁਸੀਂ ਕੀ ਕਹਿਣਾ ਚਾਹੋਗੇ? ਮੈਮ ਪਹਿਲੀ ਗੱਲ ਤੇ ਇੱਕ ਸਾਡਾ ਘਰ ਖੰਡਰ ਨਹੀਂ ਹੈ, ਸਾਡੀ ਵਾਈਟ ਵਾਸ਼ ਜ਼ਰੂਰ ਨਹੀਂ ਹੋਈ ਹੈ, ਸਾਡਾ ਘਰ ਖੰਡਰ ਨਹੀਂ ਹੈ ਔਰ ਸਾਡਾ ਘਰ ਬੰਦ ਨਹੀਂ ਹੈ। ਸਾਡਾ ਘਰ ਅਸੀਂ ਉੱਥੇ 30 ਸਾਲ ਤੋਂ ਰਹਿ ਰਹੇ ਹਾਂ, ਮੇਰੇ ਮਦਰ ਵੀ 30 ਸਾਲ ਤੋਂ ਰਹਿ ਰਹੇ हैं। और दूसरी गल ਜਿਹੜੀ ਕਹਿ ਰਹੇ ਹੋ ਢੇਰ ਸਾਰੇ ਕੁੱਤੇ, ਇਹ ਜਿਹਾ ਕੁਛ ਨਹੀਂ ਹੈ। ਸਾਡੇ ਕੋਲ 2 ਕੁੱਤੇ ਐਡਮਿਨਿਸਟ੍ਰੇਸ਼ਨ ਤੋਂ ਅਸੀਂ ਟੋਕਨ ਲਿਆ ਹੋਇਆ ਹੈ, ਅਸੀਂ ਉਹਨਾਂ ਨੂੰ ਰੱਖਿਆ ਹੋਇਆ ਹੈ ਔਰ ਨॉर्मल ਲਾਈਫ ਜੀ ਰਹੇ ਹਾਂ। ਮੇਰੇ ਉੱਥੇ 2 ਬੇਟੇ ਇੱਕ ਬੇਟੀ ਵੀ ਰਹਿ ਰਹੀ ਹੈ, ਮੈਂ ਵੀ ਉੱਥੇ ਹੀ ਰਹਿੰਦੀ ਹਾਂ। ਔਰ ਦੇਖੋ ਗੱਲਾਂ ਬਣਾਉਣ ਨੂੰ ਤੇ ਜਿੰਨੀ ਮਰਜ਼ੀ ਗੱਲਾਂ ਬਣਾ ਲਓ, ਅਸੀਂ ਉਹਨੂੰ ਅਸੀਂ ਕਿਸੇ ਦਾ ਮੂੰਹ ਨਹੀਂ ਪਕੜ ਸਕਦੇ। ਜਿਹੜੇ ਢੇਰ ਸਾਰੇ ਕੁੱਤੇ ਕਹਿ ਰਹੇ ਹੋ ਉਹ ਸਾਡੇ ਗੇਟ ਤੇ 6 ਪੱਪੀਜ਼ ਦਿੱਤੇ ਸੀਗੇ ਜਿਨ੍ਹਾਂ ਨੂੰ ਅਸੀਂ, ਕਿਉਂਕਿ ਜਿਹੜੀ ਉਹਨਾਂ ਦੀ ਮਦਰ ਹੈ ਉਹ ਮੈਨੂੰ ਆਪਣੀ ਮਦਰ ਸਮਝਣ ਲੱਗ ਗਏ। ਮੈਂ ਡੌਗ ਲਵਰ ਹਾਂ, ਮੈਂ ਇਨਸਾਨੀਅਤ ਦੇ ਨਾਤੇ ਉਹਨੂੰ ਬਾਹਰ ਗੇਟ ਤੇ ਪਾਲਤਾ। ਉਹ 2-2 ਮਹੀਨੇ ਦੇ ਸੀ, ਲੱਗਦੇ ਵੱਡੇ ਹੈ ਕਿਉਂਕਿ ਉਹਨਾਂ ਨੂੰ ਤਿੰਨੋਂ ਟਾਈਮ ਖੁਰਾਕ ਅੱਛੀ ਮਿਲੀ ਹੈ। ਔਰ ਰਹੇਗੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਪੌਦਿਆਂ ਨਾਲ, ਇਹ ਜਿਹਾ ਕੁਛ ਨਹੀਂ ਹੈ। ਮੰਮੀ ਨੂੰ ਸ਼ਹਿਤੂਤ ਅੱਛੀ ਲੱਗਦੀ ਹੈ ਕਿਉਂਕਿ ਜਦੋਂ ਅਸੀਂ ਪਹਿਲੇ ਦਿੱਲੀ ਰਹਿੰਦੇ ਸੀ ਸਾਡਾ ਉੱਥੇ ਵੀ ਸ਼ਹਿਤੂਤ ਦਾ ਪੇੜ ਸੀ। ਇਹ ਜਿਹੜਾ ਸ਼ਹਿਤੂਤ ਦਾ ਪੇੜ ਬਾਹਰ ਲਗਾਇਆ ਉਹ ਮੇਰੀ ਮਦਰ ਨੇ ਹੀ ਲਗਵਾਇਆ। ਇੱਕ ਸ਼ਹਿਤੂਤ ਦੇ ਪੇੜ ਨੂੰ ਅਗਰ ਤੁਸੀਂ ਕਹੋ ਕਿ ਪੇੜ ਪੌਦਿਆਂ ਤੋਂ ਘਿਰਿਆ ਸੀ, ਉਹ ਕਹਿਣਾ ਗਲਤ ਹੈ। ਪਰ ਅਸੀਂ ਦੇਖਿਆ ਕਿ ਉਹ ਸੱਚੀ ਦੇ ਵਿੱਚ ਉਹ ਜਿਹੜਾ ਮਾਹੌਲ ਸੀ, ਅਗਰ ਅਸੀਂ ਰੋਜ਼ ਕਿਤੇ ਰਹੀਏ ਤਾਂ ਸਾਫ਼ ਸਫਾਈ ਹੁੰਦੀ ਹੈ, ਆਲੇ ਦੁਆਲੇ ਦੀ ਕਰਦੇ ਆ, ਘਰ ਦੀ ਕਰਦੇ ਆ, ਪਰ ਜਿਸ ਟਾਈਮ ਪ੍ਰਸ਼ਾਸਨ ਉੱਥੇ ਪਹੁੰਚਿਆ ਐਦਾਂ ਦਾ ਕੁਝ ਵੀ ਨਹੀਂ ਸੀ, ਸਾਫ਼ ਸਫਾਈ ਵੀ ਨਹੀਂ ਸੀ, ਈਵਨ ਤੁਸੀਂ ਆਪ ਵੀ ਘਰੇ ਨਹੀਂ ਸੀ। ਹਾਂ, ਮੈਂ ਘਰ ਨਹੀਂ ਸੀ, ਮੈਂ ਆਪਣੇ ਕੰਮ, ਮੇਰਾ ਬੇਟਾ ਘਰ ਦੇ ਅੰਦਰ ਸੀਗਾ, ਨਾਨੀ ਦਾ ਪੂਰਾ ਧਿਆਨ ਰੱਖ ਰਿਹਾ ਸੀਗਾ ਕਿਉਂਕਿ ਮਾਂ ਹੈ ਸਾਡੀ, ਮੈਂ ਬੇਟੀ ਹਾਂ ਉਹਨਾਂ ਦੀ। ਔਰ ਮੈਂ ਅੱਜ ਤੋਂ ਨਹੀਂ, ਮੈਂ ਛੋਟੀ ਬੇਟੀ ਹਾਂ। ਜਿਹੜੀ ਮੇਰੀ ਦੋਨੋਂ ਸਿਸਟਰਸ ਹੈ ਉਹਨਾਂ ਦੀ ਮੈਰਿਜ 85 'ਚ ਹੋ ਗਈ ਸੀ, 85 'ਚ। ਉਸ ਤੋਂ ਬਾਅਦ ਮੈਂ ਆਪਣੀ ਮਦਰ ਦੀ ਕੇਅਰ ਨਾਲ ਕਰ ਰਹੀ ਹਾਂ। ਮੰਮੀ ਦੀ ਮੈਂ ਜਾਨ ਹਾਂ, ਮੰਮੀ ਮੇਰੀ ਜਾਨ ਹੈ। ਔਰ ਇਹਨਾਂ ਨੇ ਜੋ ਵੀ ਡਰਾਮਾ ਰਚਿਆ ਇਹ ਸਭ ਸਿਸਟਰਸ। ਕਿੰਨਾ ਨੇ ਡਰਾਮਾ ਰਚਿਆ ਤੇ ਕਿਉਂ ਰਚਿਆ? ਤੁਹਾਨੂੰ ਐਦਾਂ ਕਿਉਂ ਲੱਗਦਾ ਕਿ ਤੁਹਾਡੇ ਆਪਦੇ ਹੀ ਜਿਹੜੇ ਲੋਕ ਨੇ ਉਹ ਐਦਾਂ ਦਾ ਕੁਝ ਕਰਨਗੇ? ਮੈਡਮ ਇਹ ਤੇ ਕੱਲ ਮੰਮੀ ਦਾ ਕੋਈ ਇੰਨੇ ਸਾਲ ਹੋ ਗਏ ਕਦੀ ਆਈਆਂ ਹੀ ਨਹੀਂ ਹੈ, ਕਦੀ ਕੋਈ ਕੁਛ ਨਹੀਂ। ਤੁਸੀਂ ਮਦਰ ਦੇ ਬਿਆਨ ਲਓ, ਤੁਸੀਂ ਬੇਟੀਆਂ ਦੇ ਉੱਪਰ ਜਾ ਰਹੇ ਹੋ, ਕਿਉਂ ਨਾ ਮੰਮੀ ਨੂੰ ਹੀ ਸਾਹਮਣੇ ਲੈ ਕੇ ਪੁੱਛੋ ਕਿ ਮੈਂ ਕਿਸ ਤਰ੍ਹਾਂ ਦੀਆਂ ਜਾਂ ਘਰ ਦਾ ਮਾਹੌਲ ਹੈ ਕਿਉਂ ਸੀ। ਜਿਹੜੀ ਸਾਫ਼ ਸਫਾਈ ਸਭ ਸੀ, ਫਰਸ਼ ਕਿਉਂ ਸੀ ਗੰਦਾ? ਕਿਉਂਕਿ ਜਿਹੜੇ ਨਾਲ ਵਾਲੇ ਉਹਨਾਂ ਨੇ ਸਾਡੀ ਪਾਣੀ ਦੀ ਪਾਈਪਸ ਤੋੜਤੀ। ਇੱਕ ਡਰਾਮਾ ਰਚਿਆ ਹੋਇਆ ਸੀ ਪੂਰਾ। ਅਸੀਂ ਲੋਕ ਟੌਰਚਰ 2 ਮਹੀਨੇ ਤੋਂ ਹੋ ਰਹੇ ਸੀ ਔਰ ਬਕਾਇਦਾ ਅਸੀਂ ਇਸ ਗੱਲ ਦੀ ਕੰਪਲੇਂਟਾਂ ਪਾ ਰਹੇ ਸੀ। ਕਿਹਨੂੰ ਕੰਪਲੇਂਟ ਕੀਤੀ ਤੁਸੀਂ? ਅਸੀਂ ਵਿੰਡੋਜ਼ ਤੇ, ਪੁਲਿਸ ਸਟੇਸ਼ਨ, ਗਵਰਨਰ ਹਾਊਸ, ਹਰ ਇੱਕ ਜਗ੍ਹਾ ਅਸੀਂ ਈਮੇਲਸ ਪਾ ਰਹੇ ਸੀ। ਔਰ ਸਾਡੀ, ਤੁਸੀਂ ਦੇਖਣਾ ਚਾਹੋ ਤਾਂ ਦੇਖ ਲਓ। ਔਰ ਜਿਹੜਾ ਇਹਦੇ 'ਚ ਸਭ ਤੋਂ ਵੱਡਾ ਰੋਲ ਹੈ ਉਹ 3101 ਜਿਨ੍ਹਾਂ ਨੇ ਹੁਣੀ ਕੋਠੀ ਖਰੀਦੀ ਹੈ, ਉਹ ਕੋਠੀ ਦੇ ਜਿਨ੍ਹਾਂ ਦੀ ਅਸਲ ਜਿਹੜੇ ਮਾਲਕ ਹੈ ਉਹਨਾਂ ਦਾ ਕੁਝ ਪਤਾ ਨਹੀਂ ਹੈ, ਉਹ ਚਲੇ ਜਾ ਚੁੱਕੇ ਹਨ। ਇਹ ਕੋਠੀ ਧੋਖੇ ਨਾਲ ਹੀ ਸਾਈਨ ਤੇ ਹੀ ਅੱਗੇ ਟ੍ਰਾਂਸਫਰ ਹੋਈ ਜਾ ਰਹੀ ਹੈ। ਹੁਣ ਵੀ ਇਹਨਾਂ ਨੇ ਜਿਹੜੀ ਲਈ ਹੈ ਪਹਿਲੇ ਹੀ ਜਾਲੀ ਸਾਈਨਾਂ ਤੇ ਚੱਲੀ ਹੈ। ਅਗਰ ਅਸੀਂ ਸ਼ੁਰੂ ਤੋਂ ਦੇਖੀਏ, ਬਹੁਤ ਵੱਡਾ ਕਲੇਮ ਕਰ ਰਹੇ ਹੋ ਤੁਸੀਂ, ਤੁਹਾਨੂੰ ਕੀ ਪਤਾ ਕਿ ਇਸ ਤਰ੍ਹਾਂ ਕਿਉਂਕਿ ਜਾਲਸਾਜ਼ੀ ਜਾਂ ਫਰਾਡ ਹੈ? ਕਿਉਂਕਿ ਉਹ ਕੋਠੀ ਮਦਰ ਨੇ ਹੀ ਬਣਵਾਈ ਹੈ। ਜਿਹੜੇ ਉਹਨਾਂ ਦੇ ਓਨਰ ਹੈ ਉਹ ਸਾਡੇ ਨੌਨ ਦੇ ਸੀ, ਜਦ ਸਾਨੂੰ ਹੀ ਨਹੀਂ ਪਤਾ ਉਹਨਾਂ ਦਾ। ਔਰ ਇਹ ਵਾਲੀ ਗੱਲ ਅਸੀਂ ਕੱਲ ਵੀ ਉਹਨਾਂ ਦੇ ਫਰੈਂਡ ਸਰਕਲ 'ਚ ਕਿਸੇ ਨੂੰ ਕੀਤੀ ਹੈ, ਕਹਿੰਦੇ ਹਾਂ ਉਹਨਾਂ ਦਾ ਸਾਨੂੰ ਪਤਾ ਨਹੀਂ ਹੈ। ਇੱਕ ਤੇ ਉਹਨਾਂ ਨੇ ਸਾਜ਼ਿਸ਼ ਰਚੀ। ਉਹਨਾਂ ਨੇ ਸਭ ਤੋਂ ਪਹਿਲੇ ਮੈਨੂੰ ਇਹ ਚੀਜ਼ ਕਹੀ ਮਿੱਠੇ ਬਣ ਕੇ ਕਿ ਮੈਡਮ ਤੁਹਾਡੀ ਸਭ ਤੋਂ ਉੱਪਰ ਛੱਤ ਸਾਫ਼ ਕਰਾ ਦੀ। ਮੈਂ ਕਿਹਾ ਕਿਉਂ? ਸਾਫ਼ ਹੈ, ਸਾਡੇ ਘਰ ਕੋਈ ਕੁਛ ਨਹੀਂ ਸੀ ਕਿਉਂਕਿ ਪਾਣੀ ਕੋ ਨਹੀਂ ਸੀ, ਪਾਈਪ ਨਹੀਂ ਟੁੱਟੀਆਂ ਸੀਗੀਆਂ।
ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਕਰਾਉਣੀ ਆ। ਮੈਂ ਕਿਹਾ ਅਸੀਂ ਆਪਣਾ ਕੰਮ ਖੁਦ ਕਰਾ ਲਾਂਗੇ। ਕਹਿੰਦੇ ਨਹੀਂ, ਇਹ ਮੈਂ ਕਰਵਾਉਣੀ ਆ ਬਾਰ-ਬਾਰ। मैं कहा ठीक है, अगर तुसी कराओगे ऊपर, सब तो ऊपर छत जो टैंकी है विच उन्होंने गड़बड़ी करनी सी कुछ। मैं कहा कि तुसी करवाओ लेकिन पैसे 80 देवांगे। इन्होंने इन्ने सारे बंदे बुला लिए, कोई आ गया जी। मैं गल करने की कोशिश कर रही सी, मेरे नाल कोई गलबात करने को तैयार नहीं सी। फिर भी असी इंसानी के नाते जो नीचे आए, कहते मैडम झाड़ू फेर दिया, ये कर दिया। मैं क्या बोलो कितने पैसे? कहते 500। असी देते। स्टार्टिंग इन्होंने उत्थों की थी। और एक एजेंट ड्रामा रखा कि तुसी जान सकते हो कि किदा की दिख रहा है, असलियत ये नहीं है। ਤੇ ਹੁਣ ਮਦਰ ਕਿੱਥੇ ਨੇ, ਕਿਹਦੇ ਕੋਲ ਰਹਿ ਰਹੇ ਨੇ ਤੇ ਤੁਹਾਡਾ ਕੀ ਕਰਨਾ? ਸਾਡੇ ਕੋਠੇ ਨੂੰ ਸੀਲ ਕੀਤਾ ਸੀ। ਜਦੋਂ ਸੀਲ ਕੀਤਾ ਸੀ, ਮੈਨੂੰ ਲੱਗਦਾ ਤੁਸੀਂ ਵੀ ਉੱਥੇ ਹੋਗੇ, ਮੈਂ ਆਈ ਵੀ ਸੀ। ਹੋਇਆ ਇੰਜ ਸੀਗਾ ਕਿ ਪਹਿਲੇ ਦਿਨ ਐਸਡੀਐਮ ਆਏ ਸੀ ਸਾਡੇ ਘਰ। ਸਾਡੇ ਕੋਲ ਕੋਈ ਸਮਨ ਨਹੀਂ, ਕੋਈ ਕੁਛ ਨਹੀਂ। ਮੈਂ ਉਸੇ ਟਾਈਮ ਹੀ ਮੰਮੀ ਦੇ ਕੰਮ ਮੰਮੀ ਨੇ ਲਿਖ ਕੇ ਦਿੱਤਾ ਹੋਇਆ ਉੱਪਰ ਕਿ ਮੇਰੇ ਜੋ ਵੀ ਕੰਮ ਹੈ ਮੇਰੀ ਬੇਟੀ ਕਰੇਗੀ। ਤੇ ਤੁਸੀਂ ਉਹ ਵੀ ਦੇਖਣਾ, ਸਲਿੱਪ ਦੇਖ ਸਕਦੇ ਹੋ। ਮੈਂ ਉਸੇ ਟਾਈਮ ਆਈ ਤੇ ਸਾਡੇ ਬਾਹਰ ਐਸਡੀਐਮ ਆ ਗਏ। ਐਸਡੀਐਮ ਸਾਹਿਬ ਨੂੰ ਮੈਂ ਪੁੱਛਿਆ ਕਿ ਤੁਸੀਂ, ਮੈਂ ਬਾਹਰ ਆਈ, ਮੈਂ ਪੁੱਛਿਆ ਵੀ ਕੌਣ ਹੋ, ਔਰ ਇੰਨੀ ਜ਼ਿਆਦਾ ਲੋਕ ਇਕੱਠੇ, ਹਰ ਕੋਈ ਘਬਰਾ ਜਾਏਗਾ ਵੀ ਕਿਉਂ। ਤੇ ਉਹਨਾਂ ਦੇ ਨਾਲ ਦੇ ਥੋੜੇ ਜਿਹੇ ਬਦਤਮੀਜ਼ ਬੋਲੇ। ਮੈਂ ਕਿਹਾ ਥੋੜੇ ਤਮੀਜ਼ ਨਾਲ ਗੱਲ ਕਰੋ ਵੀ ਤੁਸੀਂ ਆਏ क्यों। कहते एसडीएम है। मैं कहा फिर क्यों हो गया एसडीएम है, आप बोलिए आप हमारे घर क्यों आए हो। कहते कि लोग खोलो। मैंने कहा बोलिए क्यों आए हो। कहते लोग खोलो। मैं चाबी देखने लगी, मैंने नहीं दिखी, इन्होंने ताले तोड़ते। इन्होंने अंदर आके सामान बाहर सुटता। उस तो बाद अंदर आके साड़ी जाली का दरवाज़ा और उस तो बाद साड़ा डोर। मैं मम्मी कोल सी। इन्होंने क्योंकि ये पूरा ड्रामा पहले ही सीगा, मैं मदर नाल ही बैठी हाँ तो मैंने एक पासे कर और मदर नूं वीडियोग्राफी हुई कि बेटी तुहाडी सेवा नहीं करती, तुहानूं खाना नहीं देंदी, मारदी कुटदी है, 40 कुत्ते रखे हैं। मामी कहते मैं तो ओल्ड एज हाँ, मेरी तो सेवा ही यही करती है, क्यों चली गई। हुण मैनूं ये दसो कि नैक्सट दिन जो इन्होंने रेस्क्यू किया है, जो कोठी नूं सील लगाई है, मैं एसडीएम जाते ही कह गया सी कि तुसी सुबह एक बारी मम्मी और तुसी मेरे को ही छड़ गए सी कि सुबह एसडीएम ਉੱਥੇ ਆਫਿਸ ਆ ਜਾਣਾ। ਠੀਕ ਹੈ। ਮੇਰੀ ਦੀਦੀਆਂ ਨੇ ਜਦੋਂ ਐਸਡੀਐਮ ਚਲੇ ਗਏ ਤੇ ਨਾਲ ਹੀ ਕੋਠੇ ਤੇ ਕਬਜ਼ਾ ਕਰਨਾ ਸ਼ੁਰੂ ਕਰਤਾ ਔਰ ਮਾਰਪੀਟ ਸ਼ੁਰੂ ਕਰਤੀ। ਔਰ ਅਸੀਂ ਪੁਲਿਸ ਬੁਲਾਈ, ਪੁਲਿਸ ਆਈ। ਪੁਲਿਸ ਕਹਿੰਦੇ ਕਿ ਜਿਹੜੀ ਤੁਸੀਂ ਹੁਣ ਗੁੰਡਾਗਰਦੀ ਹਨੇਰ ਕਰ ਰਹੇ ਹੋ, ਇਹ ਐਸਡੀਐਮ ਦੀ ਹੁੰਦੀ ਕਿਉਂ ਨਹੀਂ ਕੀਤਾ, ਇਸ ਲਈ ਤੁਸੀਂ ਚਲੋ ਬਾਹਰ ਐਸਡੀਐਮ ਆਫਿਸ ਜਾ ਕੇ ਗੱਲ ਕਰਨਾ ਜੋ ਕਰਨੀ ਹੈ। ਸਾਨੂੰ ਇਹ ਗੱਲ ਕਹੀ ਕਿ ਤੁਸੀਂ ਆਪਣਾ ਜਾ ਕੇ ਆਪਣਾ ਖਾਣਾ ਖੁਣਾ ਖਾਓ, ਚਾਹ ਵਗੈरह ਪੀਓ ਤੇ ਸੋ। ਅਸੀਂ ਚਲੇ ਗਏ। ਦੀਦੀਆਂ ਨੇ ਸੁਬਹ ਅਸੀਂ ਐਸਡੀਐਮ ਆਫਿਸ ਜਾਣਾ ਸੀ, ਮੈਂ ਬਾਜ਼ਾਰ ਗਈ ਦੁੱਧ ਵਗੈरह ਲੈਣ। ਇਹਨਾਂ ਨੇ ਬਾਹਰ ਗੁੰਡਿਆਂ ਨਾਲ ਪਹਿਲੇ ਹੀ ਚੇਅਰਸ ਡਾਲੀਆਂ। ਆਸ-ਪਾਸ ਕੈਮਰੇ ਲੱਗੇ, ਤੁਸੀਂ ਚੈੱਕ ਕਰ ਸਕਦੇ ਹੋ। ਮੈਂ ਉਸ ਦਿਨ 2 ਵਾਰੀ ਪੁਲਿਸ ਵਾਲਿਆਂ ਨੂੰ ਕਾਲ ਕਰੀ ਹੈ ਕਿ ਇਸ ਤਰ੍ਹਾਂ ਦੀਦੀ ਨਹੀਂ ਬਾਹਰ ਹੈ, ਕਿਉਂਕਿ ਰਾਤ ਨੂੰ ਅਸੀਂ ਕੁੱਟ ਖਾ ਚੁੱਕੇ ਸੀ, ਸਾਨੂੰ ਉਹਨਾਂ ਤੋਂ ਵੈਸੇ ਹੀ ਜਾਨ ਦਾ ਖਤਰਾ ਹੈ। और मैं अपने मदर ने भी गुहार लगाई कि मेरे मदर और बेटा अंदर है कि कल ਨੂੰ ਜਿਵੇਂ ਇਹਨਾਂ ਨੇ ਕੱਲ ਤਾਲੇ ਤੋੜੇ ਆ, ਅੱਜ ਫਿਰ ਨਾ ਇਹ ਜਿਹਾ ਕੁਝ ਕਰ ਦੇਣ। ਜੀ ਜੀ ਜੀ। ਹੁਣ ਅਖੀਰ ਦੇ ਵਿੱਚ ਤੁਸੀਂ ਕਿੱਥੇ ਕੀ ਕਾਰਵਾਈ ਕਰ ਰਹੇ ਹੋ, ਲੀਗਲ ਕੁਝ ਚੱਲ ਰਹੀ ਹੈ? ਮੈਂ ਮੰਮੀ ਅਸੀਂ ਜਿਸ ਟਾਈਮ ਤੇ ਕਹਿ ਰਹੇ ਮੈਂ ਆਈ ਸੀ ਔਰ ਉਸ ਟਾਈਮ ਤੇ ਕੋਈ ਤਾਲੇ ਨਹੀਂ ਟੁੱਟੇ ਸੀ, ਕੁਝ ਨਹੀਂ ਸੀਗਾ। ਮੈਂ ਉਸ ਟਾਈਮ ਐਡਵਾਈਜ਼ਰ ਸਰਕਲ ਗਈ ਸੀ ਉਹਨਾਂ ਦੇ ਘਰ ਰਾਤੀ 12-1 ਵਜੇ। ਨਹੀਂ ਮਿਲਣਾ ਸੀ ਉਹਨਾਂ ਨੇ, ਲੇਕਿਨ ਜਦੋਂ ਗੁੰਡਾਗਰਦੀ ਆਪਣੇ ਸ਼ਹਿਰ 'ਚ ਹੋ ਰਹੀ ਹੋਏ ਬੰਦਾ ਕੀ ਕਰ ਸਕਦਾ ਹੈ। ਤੁਸੀਂ ਪੁਲਿਸ ਸਟੇਸ਼ਨ ਕਿਉਂ ਨਹੀਂ ਗਏ? ਤੇ ਮੈਂ ਤੁਹਾਨੂੰ ਪੁੱਛ ਰਹੀ ਹਾਂ ਕਿ ਹੁਣ ਤੁਹਾਡੀ ਕੀ ਮੰਗ ਹੈਗੀ ਹੈ ਤੇ ਕਾਰਵਾਈ ਕੀ ਕਰਨੀ? ਪੁਲਿਸ ਸਟੇਸ਼ਨ ਮੈਂ ਗਈ ਸੀ। ਮੈਂ ਉਸ ਦਿਨ ਮੈਂ ਇਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਹੋਇਆ। ਮੈਂ ਐਸਡੀਐਮ ਆਫਿਸ ਵੀ ਹੋ ਕੇ ਆਈ ਸੀ। ਉਹ ਕਹਿੰਦੇ ਹੁਣ 5 ਵਜ ਗਏ, ਤੁਸੀਂ ਅਗਲੇ ਦਿਨ ਆ ਜਾਣਾ। ਮੈਂ ਕਿਹਾ ਠੀਕ ਹੈ। ਔਰ ਉਸੇ ਦਿਨ ਹੀ ਅਸੀਂ ਐਸਡੀਐਮ ਨੂੰ ਵੀ ਮਿਲੇ ਸੀਗੇ। ਮੰਗ ਕੀ ਹੈ ਹੁਣ ਤੁਹਾਡੀ? ਕੇਸ ਕਿੱਥੋਂ ਤੱਕ ਪਹੁੰਚਿਆ? ਮੇਰੀ ਮਦਰ ਮੈਨੂੰ ਚਾਹੀਦੀ ਹੈ, ਮੈਂ ਉਹਨਾਂ ਦੀ ਜਾਨ ਨੂੰ ਖਤਰਾ ਹੈ। ਉਹ ਜਿਹੜੀ ਸਿਸਟਰ ਕੋਲ ਰਹਿ ਰਹੀ ਹੈ ਉਹ ਬੇਦਖਲ ਹੈ। ਇਹਨਾਂ ਨੇ ਮੇਰੇ ਮਦਰ ਇਸ ਤਰ੍ਹਾਂ ਤੇ ਲੈ ਕੇ ਜਾ ਨਹੀਂ ਸਕਦੇ ਸੀ। ਇਹਨਾਂ ਨੇ ਇੱਕ ਰੈਸਕਿਊ ਪੂਰਾ ਡਰਾਮਾ ਰਚ ਕੇ ਜਿਸ ਮਦਰ ਨੂੰ ਕੁਝ ਵੀ ਨਹੀਂ ਹੈ, ਇਹਨਾਂ ਨੂੰ ਜਾਂਦੇ ਇਹਨਾਂ ਨੇ ਆਕਸੀਜਨ ਇਸ ਲਈ ਲਗਵਾਈ ਕਿਉਂਕਿ ਜਿਹੜੇ ਮੇਰੇ ਮਦਰ ਔਰ ਮੈਂ ਅਸੀਂ ਬੰਦ 'ਚ ਨਹੀਂ ਰਹਿ ਸਕਦੇ। ਅਗਰ ਅਸੀਂ ਕਾਰ 'ਚ ਵੀ ਬੈਠਾਂਗੇ ਤਾਂ ਸ਼ੀਸ਼ੇ ਖੋਲ੍ਹਦੇ। ਇਹਨਾਂ ਨੇ ਜ਼ਬਰਦਸਤੀ ਅੰਦਰੋਂ ਚੁੱਕ ਕੇ ਔਰ ਬੰਦ ਗੱਡੀ 'ਚ 16 'ਚ ਲੈ ਕੇ ਗਏ। ਉਹਨਾਂ ਦੀ ਤਬੀਅਤ ਤਾਂ ਥੋੜੀ ਢਿੱਲੀ ਹੋਈ ਔਰ ਜਾਂਦੇ ਆਕਸੀਜਨ ਲੱਗੀ।
ਮੈਂ ਜਦੋਂ ਉਹਨਾਂ ਕੋਲ ਗਈ ਹਾਂ ਮੈਨੂੰ ਮਦਰ ਨੂੰ ਨਹੀਂ ਹੱਥ ਲਗਾਉਂਦਾ, ਚਾਹੇ ਹਸਪੀਟਲ ਦਾ ਸਟਾਫ ਹੋਈ ਜਾਂ ਉਹਨਾਂ ਨੇ ਬਾਹਰ ਕੱਢਤਾ, ਜਦੋਂ ਕਿ ਮਦਰ ਉਸੇ ਟਾਈਮ ਆਈ ਸੀ। ਪ੍ਰੀ ਪਲਾਨ ਸਭ ਕੁਝ ਮੈਂ ਮੰਨ ਗਈ, ਹੁਣ ਕਿਹਦੇ ਕਿਉਂ ਮੇਰੀ ਕਾਰਵਾਈ ਚਾਹੁੰਦੇ ਜਦ ਮੇਰੇ ਮਦਰ ਨੂੰ ਕੁਝ ਵੀ ਨਹੀਂ ਸੀਗਾ, ਅਸੀਂ ਪੂਰੀ ਸੇਵਾ ਕਰ ਰਹੇ ਹਾਂ, ਉਹਨਾਂ ਨੂੰ 10 ਦਿਨ 16 ਦੇ ਹਸਪੀਟਲ ਕਿਉਂ ਰੱਖਿਆ? ਤੁਸੀਂ ਦੱਸੋ ਨਾ, ਹੁਣ ਕਾਰਵਾਈ ਕਿਤੇ ਹੋਣੀ ਚਾਹੀਦੀ ਹੈ, ਕੀ ਮੰਗ ਕਰਦੇ ਹੋ? ਇਹਨਾਂ ਸਭ ਤੇ ਹੋਣੀ ਕਿਹਦਾ ਚਾਹੀਦੀ। ਕਿਹਦਾ ਨਾਮ ਲਓ? ਮਨਮੀਤ ਕੌਰ, एसडीएम सर पे कार्रवाई होनी चाहिए। ये मेरी बेटी। एसडीएम प्रद्युमन सिंह है। आई नीड टू स्टेट समथिंग। हम्म। जो भी कंप्लेंट फाइल हुई है, जो भी किसने भी फाइल वेरीफाई नहीं किया, द थिंग वाज वेरीफाइड, सडन एक्शन लिया गया है। जो जिन्हों की गवाही दे बेस कर रहे हैं ऑल आर नेबर्स, दे आर हरासिंग एंड दे आर इल ट्रीटिंग अस सिंस मेनी मंथ्स एंड उन्होंने के खिलाफ ਅਸੀਂ ਕੰਪਲੇਂਟਸ ਫਾਈਲ ਕਰ ਰਹੇ ਹਾਂ, ਜਿਨ੍ਹਾਂ ਇਹ ਲੋਕ ਗਵਾਹ ਕਰ ਰਹੇ हैं, ਕੰਸੀਡਰ ਕਰਿਆ ਜਾ ਰਿਹਾ ਹੈ। ਉਹਨਾਂ ਦੀ ਆਲਰੇਡੀ ਪਹਿਲੀ माई ग्रैंडमदर शी इज़ लिविंग वेरी फाइन, बहुत हैप्पीली बहुत हेल्दी रह रहे हैं। उन्होंने रेगुलर चेकअप्स करे जा रहे करवाते हैं ਅਸੀਂ हॉस्पिटल तो। कोविड-19 ਪੈਂਡੈਮਿਕ ਕਰਕੇ ਘਰ ਦੇ ਅੰਦਰ ਰਹਿਣਾ ਅਸੀਂ ਸ਼ੁਰੂ ਕੀਤਾ ਸੀ। ਸਾਡੇ ਦੋਨੋਂ ਸਾਈਡ ਨਾਲ ਦੇ ਜੋ ਫੈਮਿਲੀਜ਼ ਹੈ ਉਹਨਾਂ ਦੇ ਘਰ ਕੋਰੋਨਾ ਵਾਇਰਸ ਤੇ ਪੋਜ਼ਿਟਿਵ ਪੇਸ਼ੈਂਟ ਸੀ। ਨਹੀਂ ਤੁਸੀਂ ਐਦਾਂ ਜੋ ਕਿਉਂ old ਮੰਨਦੇ ਹੋ age ਕਿ ਤੁਹਾਡੇ ਆਪ ਦੀ ਮਾਸੀਆਂ ਹੋ ਗਈਆਂ, ਤੁਹਾਡੀਆਂ ਭੈਣਾਂ ਹੋ ਗਈਆਂ, ਤੁਹਾਡੇ ਤੇ ਇਸ ਤਰ੍ਹਾਂ ਦਾ ਥ੍ਰੈਟ ਕਿਉਂ ਕਰਨਗੇ? ਆਪਦੀ ਦੇ ਆਰ ਥ੍ਰੈਟਿੰਗ ਸਾਡੀ ਜਾਨ ਨੂੰ ਉਹਨਾਂ ਤੋਂ ਖਤਰਾ ਹੈ। ਬਹੁਤ ਸਾਲ ਹੋ ਗਏ हैं केस, हाई कोर्ट केस चल रहे हैं, बहुत मैम कंप्लेंट्स चल रही मैम हैं। पहले एक चीज सीगी, एक पहली एक चीज सीगी कि इस घर च मेरे फादर मदर और मैं, राशन कौर ਦੀ ਕਾਪੀ ਦੇਖੋ, ਅਸੀਂ ਤਿੰਨ ਹੀ ਮੈਂਬਰ ਰਹਿ ਰਹੇ ਸੀ। ਇਹਨਾਂ ਤੇ ਇਹ ਸ਼ੁਰੂ ਤੋਂ ਹੀ ਕੁਝ ਪਲਾਨ ਕਰਦੇ ਮੇਰੀ ਮੈਰਿਜ ਵੀ ਇਹਨਾਂ ਨੇ ਕਰਾਈ ਸੀ, ਉਹ ਵੀ ਨਹੀਂ ਠੀਕ ਕਰਾਈ ਤੇ ਮਦਰ ਵਾਪਸ ਲੈ ਆਈ ਸੀ। ਠੀਕ ਹੈ, ਤੇ ਸ਼ੁਰੂ ਤੋਂ ਹੀ ਇਸ ਤਰ੍ਹਾਂ। ਤਾਂ ਇਸ਼ੂ ਤੁਸੀਂ ਸੁਣ ਲਿਆ। ਦੂਜਾ ਪੱਖ ਸੀਗਾ ਇਹ ਜਿਹੜਾ ਸੈਕਟਰ 40 ਦੇ ਵਿੱਚ ਰੈਸਕਿਊ ਰਿਹਾ ਉਸ ਔਰ ਮੇਰੀ ਮਦਰ ਵੀ ਮੇਰੇ ਕੋਲ ਵਾਪਸ ਆਉਣਾ ਬੁੱਢੀ ਚਾਹੁੰਦੀ ਹੈ। ਔਰਤ ਦਾ, ਉਹਨਾਂ ਦੀ ਅੱਜ ਬੇਟੀ ਹੈ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਤੇ ਉਸਨੇ ਜਿਹੜੇ ਦੋਸ਼ ਹੈਗੇ ਨੇ ਉਹ ਆਪਣੇ ਪਰਿਵਾਰ ਵਾਲਿਆਂ ਤੇ ਆਪਣੀ ਹੀ ਭੈਣਾਂ ਦੇ ਉੱਤੇ ਲਗਾਏ ਨੇ ਕਿ ਪ੍ਰਾਪਰਟੀ ਦਾ ਇਹ ਮਸਲਾ ਸੀ ਜਿਹੜਾ ਕਿ ਬਹੁਤ ਜ਼ਿਆਦਾ ਵਧਾ ਦਿੱਤਾ ਗਿਆ ਤੇ ਹੁਣੇ ਆਪਣੀ ਮਾਂ ਨੂੰ ਦੁਬਾਰਾ ਚਾਹੁੰਦੇ ਨੇ ਕਿ ਦੁਬਾਰਾ ਆ ਕੇ ਇਹਨਾਂ ਦੇ ਨਾਲ ਰਹੇ। ਉਹ ਵੀ ਵੀਡੀਓ ਜਰਨਲਿਸਟ ਅਨਿਲ ਦੇ ਨਾਲ ਦੈਨਿਕ ਸਵੇਰਾ ਟੀਵੀ ਦੇ ਲਈ ਚੰਡੀਗੜ੍ਹ ਤੋਂ ਹਰਸਿਮਰਤ ਕੌਰ। ਬਾਬਾ ਫਤਿਹ ਖਾਨ ਪੰਜਾਬ ਦੇ ਨੰਬਰ 1 ਤਾਂਤਰਿਕ, ਬੰਗਾਲ ਤੋਂ ਸਿੱਧੀ ਪ੍ਰਾਪਤ, ਪੱਕਾ ਕੰਮ ਪੱਕਾ ਹੱਲ, 101% ਗਾਰੰਟੀ, ਅਸਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਨਪਨ, ਜਾਦੂ ਟੋਨਾ, ਲਵ ਮੈਰਿਜ, ਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਸੰਪਰਕ ਕਰੋ ਬਾਬਾ ਫਤਿਹ ਖਾਨ 99 586 35 478। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।